ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਪੰਜਾਬ ਹੈਰੀਟੇਜ ਦੇ ਸੰਪਾਦਕ ਡਾਕਟਰ ਸਤਨਾਮ ਸਿੰਘ ਸੰਧੂ ਮੌਜੂਦ ਨੇ। ਗੱਲਬਾਤ ਦਾ ਵਿਸ਼ਾ ਰਹੇਗਾ ਬੇਰੁਜ਼ਗਾਰੀ ਨੂੰ ਲੈ ਕੇ। ਅੰਕੜੇ ਜਿਹੜੇ ਨਸ਼ਰ ਹੋਏ ਨੇ ਮੋਦੀ ਸਰਕਾਰ ਤੋਂ ਪਿਛਲੇ 8 ਸਾਲਾਂ ਦਾ ਹਿਸਾਬ ਮੰਗਿਆ ਗਿਆ ਜਦੋਂ ਤੋਂ ਸੱਤਾ ਵਿੱਚ ਆਏ ਨੇ, ਸਾਲ 2014 ਤੋਂ ਲੈ ਕੇ 2022 ਤੱਕ। ਉਹ ਅੰਕੜੇ ਬੇहद ਹੈਰਾਨੀਜਨਕ ਨੇ ਕਿ ਸਰਕਾਰ ਕਹਿੰਦੀ ਕੀ ਸੀ ਤੇ ਲੋਕਾਂ ਨੂੰ ਮਿਲਿਆ ਕੀ। ਨਾਲੋਂ ਨਾਲ ਗੱਲ ਅਸੀਂ ਪੰਜਾਬ ਦੀ ਵੀ ਕਰਾਂਗੇ ਕਿ ਪੰਜਾਬ 'ਚ ਬੇਰੁਜ਼ਗਾਰੀ ਦਾ ਕੀ ਹਾਲ ਹੈ। ਸਵਾਗਤ ਹੈ ਤੁਹਾਡਾ ਸੰਧੂ ਸਾਹਿਬ। ਧੰਨਵਾਦ ਸੁਖਵਿੰਦਰ ਜੀ, ਧੰਨਵਾਦ। ਸੰਧੂ ਸਾਹਿਬ, ਮੈਂ ਜੇ ਅੰਕੜਿਆਂ ਤੋਂ ਸ਼ੁਰੂ ਕਰਾਂ ਤੇ ਪਿਛਲੇ 8 ਸਾਲਾਂ 'ਚ ਪ੍ਰਧਾਨ ਮੰਤਰੀ ਮੋਦੀ ਸਾਹਿਬ ਜਿਹੜੇ ਕਹਿੰਦੇ ਸੀ ਕਿ ਅਸੀਂ ਹਰ ਸਾਲ 2 ਕਰੋੜ ਨੌਕਰੀਆਂ ਦੇਵਾਂਗੇ ਤੇ 22 ਕਰੋੜ ਲੋਕਾਂ ਨੇ ਅਪਲਾਈ ਕੀਤਾ ਨੌਕਰੀਆਂ ਦੇ ਲਈ। ਉਹਦੇ ਵਿੱਚੋਂ ਸਿਰਫ 7 ਲੱਖ ਨੂੰ 7 ਲੱਖ ਤੋਂ ਉੱਤੇ ਕੁਝ ਕੁ ਬਣਦਾ, ਤਕਰੀਬਨ 22,000 7 ਲੱਖ ਲੋਕਾਂ ਨੂੰ ਜਿਹੜਾ ਉਹ ਸਰਕਾਰੀ ਨੌਕਰੀਆਂ ਮਿਲੀਆਂ ਤੇ ਬਾਕੀ 21 ਕਰੋੜ ਤੋਂ ਉੱਪਰ ਜਿਹੜੇ ਨੌਜਵਾਨ ਜਾਂ ਜਿਨ੍ਹਾਂ ਨੇ ਅਪਲਾਈ ਕੀਤਾ ਉਹਨਾਂ ਦਾ ਅੰਕੜਾ ਬੇहद ਹੈਰਾਨੀਜਨਕ ਹੈ। ਸ਼ਾਇਦ ਇਸ ਤੋਂ ਵੀ ਉੱਪਰ ਬੇਰੁਜ਼ਗਾਰੀ। ਜਿਨ੍ਹਾਂ ਨੇ ਅਪਲਾਈ ਕੀਤਾ ਉਹ ਤਾਂ ਅੰਕੜਿਆਂ 'ਚ ਆ ਗਏ, ਜਿਨ੍ਹਾਂ ਨੇ ਅਪਲਾਈ ਨਹੀਂ ਕੀਤਾ ਉਹਨਾਂ ਦੇ ਅੰਕੜੇ ਵੀ ਆਪਣੇ ਆਪ 'ਚ ਹੈਰਾਨੀਜਨਕ ਨੇ, ਜਦੋਂ ਇਹ ਕਹਿੰਦੇ ਸੀ ਕਿ 2-2 ਕਰੋੜ ਨੂੰ ਅਸੀਂ ਜਿਹੜਾ ਨੌਕਰੀਆਂ ਦੇਵਾਂਗੇ। ਸੁਖਵਿੰਦਰ, ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਜਦੋਂ ਮੈਨੀਫੈਸਟੋ ਭਾਰਤੀ ਜਨਤਾ ਪਾਰਟੀ ਨੇ ਪਹਿਲੀਆਂ ਚੋਣਾਂ ਵੇਲੇ ਰਿਲੀਜ਼ ਕੀਤਾ ਤਾਂ ਉਦੋਂ ਬੜੇ ਵੱਡੇ ਪੱਧਰ ਤੇ ਇਸ ਗੱਲ ਦਾ ਨੌਜਵਾਨਾਂ ਲਈ ਪ੍ਰਚਾਰ ਕੀਤਾ ਗਿਆ ਕਿ ਤੁਹਾਨੂੰ 2 ਕਰੋੜ ਨੌਕਰੀ ਹਰ ਸਾਲ ਮਿਲੇਗੀ ਤੇ ਬਹੁਤ ਸਾਰੇ ਲੋਕਾਂ ਦੇ ਵਿੱਚ ਉਮੀਦਾਂ ਜਾਗੀਆਂ। ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜਾ ਨੌਕਰੀ ਦਾ ਕੰਮ ਹੈ, ਜੇ ਕਿਸੇ ਵੀ ਸਰਕਾਰ ਨੇ ਕਰਨਾ ਹੋਵੇ ਤਾਂ ਉਹ ਸਿੱਧੇ ਤੌਰ ਤੇ ਉਹਨਾਂ ਦੀਆਂ ਆਰਥਿਕ ਨੀਤੀਆਂ ਦੇ ਨਾਲ ਜੁੜਿਆ ਹੁੰਦਾ ਹੈ। ਜੇ ਦੇਸ਼ ਦੇ ਵਿੱਚ ਆਰਥਿਕ ਵਿਕਾਸ ਦੀ ਦਰ, ਦੇਸ਼ ਦੇ ਵਿੱਚ ਪ੍ਰੋਡਕਸ਼ਨ, ਦੇਸ਼ ਦੇ ਵਿੱਚ ਕਾਰਖਾਨੇ ਲੱਗਣਗੇ, ਨਵੀਂ ਜਿਹੜਾ ਉਦਯੋਗ ਹੈ ਉਹ ਆਉਣਗੇ, ਖੇਤੀ ਸੈਕਟਰ ਜਾਂ ਹੋਰ ਬਾਕੀ ਸੈਕਟਰ ਦੇ ਵਿੱਚ ਵਿਕਾਸ ਹੋਊਗਾ ਤਾਂ ਉਹਦੇ ਨਾਲ ਨੌਕਰੀਆਂ ਪੈਦਾ ਹੁੰਦੀਆਂ। ਬਾਈ ਚਾਂਸ ਹੋ ਇਹ ਰਿਹਾ ਹੈ ਕਿ ਪਿਛਲੇ ਸਮੇਂ ਦੇ ਵਿੱਚ ਕਿਸੇ ਵੀ ਸੈਕਟਰ ਦੇ ਵਿੱਚ, ਕਿਸੇ ਵੀ ਖੇਤਰ ਦੇ ਵਿੱਚ ਇਸ ਕਿਸਮ ਦਾ ਵਿਕਾਸ ਦੇਖਣ ਨੂੰ ਨਹੀਂ ਮਿਲ ਰਿਹਾ ਜਿਹਦੇ ਨਾਲ ਅਸੀਂ ਇਹ ਕਹੀਏ ਕਿ ਨੌਕਰੀਆਂ ਪੈਦਾ ਹੋ ਸਕਦੀਆਂ ਜਾਂ ਪੈਦਾ ਕੀਤੀਆਂ ਜਾ ਸਕਦੀਆਂ। ਜਦੋਂ ਕਿ ਸਾਨੂੰ ਇਸ ਗੱਲ ਬਾਰੇ ਜ਼ਾਹਰਾ ਤੌਰ ਤੇ ਪਤਾ ਸੀ ਕਿ ਦਿਨੋਂ ਦਿਨ ਜਿਹੜੀ ਆਟੋਮੈਟਿਕ ਚੀਜ਼ਾਂ ਕੰਮ ਕਰਨ ਵਾਲੀਆਂ ਉਹ ਵੱਧ ਰਹੀਆਂ, ਜਿਹਦੇ ਨਾਲ ਨੌਕਰੀਆਂ ਇਨ ਇਟਸੈਲਫ ਘਟ ਰਹੀਆਂ। ਜਦੋਂ ਅਸੀਂ ਫਿਰ ਇਹ ਦਾਅਵਾ ਕਰਦੇ ਹਾਂ ਕਿ ਨੌਕਰੀਆਂ ਅਸੀਂ ਇੰਨੀਆਂ ਦੇਵਾਂਗੇ ਤਾਂ ਉਹ ਦਾਅਵਾ ਕਦੇ-ਕਦੇ ਇਹ ਲੱਗਦਾ ਹੈ ਕਿ ਉਹ ਨਜਾਇਜ਼ ਹੀ ਕੀਤਾ ਗਿਆ, ਖੋਖਲਾ ਦਾਅਵਾ ਕੀਤਾ ਗਿਆ, ਉਹ ਯਥਾਰਥ ਤੋਂ ਦੂਰ ਰਹਿਣ ਵਾਲਾ ਦਾਅਵਾ ਕੀਤਾ ਗਿਆ। ਜਦੋਂ ਹੁਣ ਇਸ ਅੰਕੜੇ ਦੇ ਵਿੱਚ ਗੱਲ ਆਈ ਹੈ ਤਾਂ ਇਹਦੇ ਵਿੱਚ ਕਿਤੇ ਨਾ ਕਿਤੇ ਇੱਕ ਐਕਸਕਿਊਜ਼ ਇਹ ਹੋ ਸਕਦਾ ਹੈ ਕਿ ਚਲੋ 2 ਸਾਲ ਤੋਂ ਕੋਵਿਡ ਆ ਗਿਆ, ਪਰ ਪਹਿਲਾਂ ਤਾਂ ਕੋਵਿਡ ਨਹੀਂ ਸੀ। ਹੁਣ ਅੱਜ ਦੀ ਡੇਟ ਦੇ ਵਿੱਚ ਜਿਹੜੀ ਭਾਰਤ ਸਰਕਾਰ ਦੀ ਆਰਥਿਕਤਾ ਹੈ ਉਹ ਉਦਯੋਗਪਤੀਆਂ ਦੇ ਬਜਾਏ ਜਿਹੜੇ ਵਪਾਰੀ ਹੈ ਉਹਨਾਂ ਦੇ ਹੱਥ 'ਚ ਹੈ। ਵਪਾਰੀ ਨੇ ਕੀ ਦੇਖਣਾ ਹੈ ਕਿ ਉਹਨੇ ਕੋਈ ਪੱਕਾ ਉਦਯੋਗ ਨਹੀਂ ਲਾਉਣਾ ਹੁੰਦਾ, ਉਹਨੇ ਸਿਰਫ ਓਨਾ ਕੀ ਉਦਯੋਗ ਲਾਉਣਾ ਹੁੰਦਾ ਹੈ ਜਿਹਦੇ ਨਾਲ ਉਹਦਾ ਧੰਦਾ ਚੱਲਦਾ ਰਹੇ, ਸਰਕਾਰੀ ਸਰੋਤਾਂ ਨੂੰ ਵਰਤ ਕੇ ਉਹ ਵੱਧ ਤੋਂ ਵੱਧ ਉਹਨਾਂ ਚੋਂ ਮੁਨਾਫਾ ਕਿਵੇਂ ਲੈ ਸਕੇ। ਇਸੇ ਕਰਕੇ ਪਿਛਲੇ ਦਿਨਾਂ ਦੇ ਵਿੱਚ ਅਸੀਂ ਮੈਨੂਫੈਕਚਰਿੰਗ ਦੇ ਮਾਮਲੇ 'ਚ ਲਗਾਤਾਰ ਪਿਛੜਦੇ ਜਾ ਰਹੇ ਹਾਂ। ਅਸੀਂ ਹਲੇ ਵੀ ਬਹੁਤ ਸਾਰੀਆਂ ਚੀਜ਼ਾਂ ਤੇ ਵਿਦੇਸ਼ਾਂ ਦੇ ਉੱਪਰ ਨਿਰਭਰ ਹੈ। ਸਾਨੂੰ ਛੋਟੀਆਂ-ਛੋਟੀਆਂ ਕੋਵਿਡ ਦੇ ਦੌਰਾਨ ਮਿਲਣ ਵਾਲੀਆਂ ਚੀਜ਼ਾਂ ਵੀ ਬਾਹਰੋਂ ਮਿਲੀਆਂ। ਅਗਲੀ ਗੱਲ ਆ ਜਾਂਦੀ ਹੈ ਨੌਕਰੀਆਂ ਵੱਧ ਪ੍ਰਾਪਤ ਕਰਨ ਲਈ ਨੀਤੀਆਂ ਦੀ। ਜਦੋਂ ਅਸੀਂ ਨੀਤੀਆਂ ਦੀ ਗੱਲ ਕਰਦੇ ਹਾਂ ਤਾਂ ਸਾਡੀ ਨੀਤੀ ਪਿਛਲੇ ਦਿਨਾਂ ਦੇ ਵਿੱਚ ਬੜੀ ਸਪਸ਼ਟ ਹੋਈ ਕਿ ਅਸੀਂ ਫੌਜ ਦੇ ਵਿੱਚ ਭਰਤੀ ਜਿਹੜੀ ਪਹਿਲਾਂ ਇਸ ਉਮੀਦ ਨਾਲ ਜਵਾਨ ਹੈ ਜਿਹੜੇ ਤਿਆਰੀ ਕਰਦੇ ਸੀ ਕਿ ਉਹਨਾਂ ਨੂੰ 18-20 ਸਾਲ ਫੌਜ ਦੇ ਵਿੱਚ ਨੌਕਰੀ ਕਰਨ ਤੋਂ ਬਾਅਦ ਰਿਟਾਇਰਮੈਂਟ ਮਿਲੂਗੀ, ਉਸ ਤੋਂ ਬਾਅਦ ਆ ਕੇ ਉਹ ਕਿਸੇ ਹੋਰ ਖੇਤਰ ਦੇ ਵਿੱਚ ਆਪਣੀ ਨੌਕਰੀ ਦੀ ਤਲਾਸ਼ ਕਰ ਲੈਣਗੇ। ਉਹਦੇ ਬਾਰੇ ਕੀ ਕੀਤਾ ਗਿਆ? ਇਹਦੇ ਬਾਰੇ ਬਹੁਤ ਵੱਡੇ ਪੱਧਰ ਤੇ ਪ੍ਰੋਟੈਸਟ ਹੋਏ, ਬਹੁਤ ਵੱਡੇ ਪੱਧਰ ਤੇ ਨੌਜਵਾਨਾਂ ਦੇ ਵਿੱਚ ਵਿਦਰੋਹ ਦੇਖਣ ਨੂੰ ਮਿਲਿਆ, ਕਿਉਂਕਿ ਲਾ ਪਾ ਕੇ ਨਿਕਲਿਆ ਇਹ ਕਿ ਜਿਹੜਾ ਇੱਕੋ ਇੱਕ ਵੱਡਾ ਸੈਕਟਰ ਸੀ ਜਿੱਥੇ ਸੰਭਾਵਨਾਵਾਂ ਬਣ ਸਕਦੀਆਂ ਸੀ ਨੌਕਰੀ ਦੀਆਂ, ਉਹ ਸੀ ਆਰਮਡ ਫੋਰਸ। ਉਸ ਦੇ ਵਿੱਚ ਵੀ ਅਸੀਂ ਨੌਕਰੀ ਦਾ ਕੇ 4 ਸਾਲ ਤੇ ਲੈ ਜਾਂਦੀ। ਇੱਕ ਪਾਸੇ ਅਸੀਂ ਨੌਕਰੀਆਂ ਦੇ ਨਹੀਂ ਰਹੇ, ਦੂਸਰੇ ਪਾਸੇ ਅਸੀਂ ਜਿਹੜੀ ਨੌਕਰੀ ਪਹਿਲਾਂ ਤੋਂ ਪ੍ਰਾਪਤ ਸੀ ਉਹਦੀ ਵੀ ਦਰ ਹੈ ਜਿਹੜੀ ਉਹ ਕਿੰਨੇ ਸਾਲ ਨੌਕਰੀ ਕਰਨੀ ਉਹ ਘਟਾ ਕੇ 4 ਸਾਲ ਤੇ ਲੈ ਜਾਂਦੀ। ਤੁਸੀਂ ਉਦਯੋਗ ਲਾਉਣ ਦੀ ਥਾਂ ਤੇ ਵਪਾਰੀਆਂ ਦੇ ਹੱਥ 'ਚ ਸਾਰਾ ਕੁਝ ਦੇਤਾ। ਤੁਹਾਡੇ ਜਿਹੜੇ ਸਰਕਾਰੀ ਅਦਾਰੇ ਸੀ ਜਿਨ੍ਹਾਂ ਨੂੰ ਪਬਲਿਕ ਸੈਕਟਰ ਕਹਿੰਦੇ ਆ ਉਹ ਲਗਾਤਾਰ ਪ੍ਰਾਈਵੇਟ ਹੱਥਾਂ ਦੇ ਵਿੱਚ ਜਾ ਰਹੇ ਹੈ। ਤੁਹਾਡੀ ਇਕਨੋਮੀ ਅੱਗੇ ਨੂੰ ਜਾਣ ਦੀ ਬਜਾਏ ਪਿੱਛੇ ਨੂੰ ਆ ਰਹੀ ਹੈ। ਤੁਸੀਂ ਗਲੋਬਲ ਆਰਥਿਕ ਵਿਕਾਸ ਦਰ ਦੇ ਵਿੱਚ ਪਿਛੜਦੇ ਜਾ ਰਹੇ ਹੋ। ਜੇ ਇਸ ਕਿਸਮ ਦੇ ਹਾਲਾਤ ਹੋਣਗੇ ਤਾਂ ਉਹਦੇ ਨਾਲ ਜਿਹੜੇ ਅੰਕੜੇ ਹੈ
ਜੋ ਸਾਡੇ ਸਾਹਮਣੇ ਆਏ ਹੈ ਉਹ ਇਹੋ ਜਿਹੇ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਨਾਲੋਂ ਵੀ ਮਾੜੇ ਆਉਣ ਦੀ ਸੰਭਾਵਨਾ ਹੈ। ਇਸ ਕਰਕੇ ਜੇ ਨੌਕਰੀਆਂ ਬਣਾਉਣੀਆਂ, ਨੌਕਰੀਆਂ ਪੈਦਾ ਕਰਨੀਆਂ, ਤਾਂ ਉਹਦੇ ਲਈ ਇੱਕ ਬਕਾਇਦਾ ਰੂਪ ਦੇ ਵਿੱਚ ਕੰਪਰੀਹੈਂਸਿਵ ਪਲਾਨਿੰਗ ਬਣਾਈ ਜਾਂਦੀ ਹੈ, ਉਹਦੇ ਵਿੱਚ ਨਵੇਂ ਉਦਯੋਗ ਲਾਏ ਜਾਂਦੇ ਹੈ। ਇਸ ਕਰਕੇ ਲੱਗਦਾ ਨਹੀਂ ਕਿ ਭਵਿੱਖ ਦੇ ਵਿੱਚ ਵੀ ਹੁਣ 1 ਲੱਖ ਤੋਂ ਵੀ ਇੱਕ ਨੌਕਰੀ 1 ਸਾਲ ਦੇ ਵਿੱਚ ਘੱਟ ਮਿਲੀ ਹੈ, ਵਾਅਦਾ 2 ਕਰੋੜ ਦਾ ਸੀ। ਜੇ ਇੰਨਾ ਵੱਡਾ ਗੈਪ ਹੋਣਾ ਹੈ ਤਾਂ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਹੈ ਇਹ 1 ਸਾਲ ਦੇ ਵਿੱਚ 50,000 ਲੋਕਾਂ ਨੂੰ ਵੀ ਨੌਕਰੀ ਨਾ ਮਿਲੇ। ਹਾਂਜੀ ਸੁਖਵਿੰਦਰ ਜੀ, ਇਸੇ ਦਾ ਖਾਮਿਆਜ਼ਾ ਜਿਹੜਾ ਉਹ ਨੌਜਵਾਨਾਂ ਨੂੰ ਭੁਗਤਣਾ ਪੈਂਦਾ। ਡਾਕਟਰ ਸਾਹਿਬ, ਇਹ ਸਵਾਲ ਹੁਣ ਇਹਦੇ ਨਾਲ ਇੱਕ ਹੋਰ ਜੁੜਦਾ ਕਿ ਜਦੋਂ ਸਰਕਾਰਾਂ ਕਹਿ ਦਿੰਦੀਆਂ ਨੇ ਕਿ ਸਰਕਾਰੀ ਜਿਹੜਾ ਪੱਧਰ ਦੇ ਉੱਤੇ ਅਸੀਂ ਉਨੀਆਂ ਨੌਕਰੀਆਂ ਉਹਨਾਂ ਨਹੀਂ ਦੇ ਸਕਦੇ, ਤੁਸੀਂ ਪ੍ਰਾਈਵੇਟ ਵਾਲੇ ਪਾਸੇ ਨੂੰ ਤੁਰੋ, ਆਪਣੀ ਇੱਕ ਵਾਰੀ ਸ਼ੁਰੂਆਤ ਕਰੋ, ਸਟਾਰਟਰ ਬਣੋ, ਜਾਂ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਤੁਸੀਂ ਜੀ ਮੇਕ ਇਨ ਇੰਡੀਆ ਦੇ ਸੁਪਨੇ ਵਾਂਗ ਅੱਗੇ ਵਧੋ, ਤੁਸੀਂ ਉਸ ਚੀਜ਼ ਨੂੰ ਆਪਣੇ ਪੱਧਰ ਦੇ ਉੱਤੇ ਸਰਕਾਰਾਂ ਤੋਂ ਲੋਨ ਲੈ ਕੇ, ਬੈਂਕਾਂ ਤੋਂ ਲੋਨ ਲੈ ਕੇ ਆਪਣੇ ਤਰੀਕੇ ਦੇ ਨਾਲ ਸ਼ੁਰੂਆਤ ਕਰੋ, ਜਿਹਦੇ ਨਾਲ ਤੁਸੀਂ ਐਂਟਰਪ੍ਰੇਨਿਓਰ ਬਣ ਜਾਓ। ਮਤਲਬ ਕਿ ਇਦਾਂ ਕਹਿ ਲਓ ਕਿ ਜਦੋਂ ਜਿਵੇਂ ਵੱਡੇ ਕਾਰੋਬਾਰੀਆਂ ਨੂੰ ਕਾਰੋਬਾਰ ਖੜਾ ਕਰਕੇ ਦੇ ਦਿੱਤਾ ਜਾਂਦਾ ਹੈ ਕਿ ਤੁਸੀਂ ਆਪਣੀਆਂ ਫੈਕਟਰੀਆਂ ਜਾਂ ਮਿੱਲਾਂ ਲਾ ਲਓ, ਉਹਦੇ ਵਿੱਚ ਫਿਰ ਨੌਜਵਾਨਾਂ ਨੂੰ ਜਾਂ ਉਸ ਤਾਕਤ ਨੂੰ ਉਸ ਤਰੀਕੇ ਨਾਲ ਵਰਤਿਆ ਜਾਂਦਾ ਹੈ ਕਿ ਇੱਕ ਤਰੀਕੇ ਨਾਲ ਮਸ਼ੀਨੀ ਆ ਬਸ, ਕਿ ਇਹਨੂੰ ਕੁਝ ਕੁ ਸਮੇਂ ਲਈ ਰੁਜ਼ਗਾਰ ਤੇ ਰੱਖਣਾ ਹੈ, ਉਹ ਵੀ ਇੱਕ ਸ਼ੋਸ਼ਣ ਦੇ ਆਧਾਰ ਦੇ ਉੱਤੇ। ਦੇਖੋ, ਗੱਲ ਬੜੀ ਮਹੱਤਵਪੂਰਨ ਹੈ ਕਿ ਤੁਸੀਂ ਵਾਅਦਾ ਉਦੋਂ ਪ੍ਰਾਈਵੇਟ ਦੇ ਸਿਰ ਤੇ ਨਹੀਂ ਕੀਤਾ ਸੀ। ਤੁਸੀਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਇਹੋ ਜਿਹਾ ਪ੍ਰਬੰਧਨ ਕਰਾਂਗੇ ਜਿੱਥੇ 2 ਕਰੋੜ ਨੌਕਰੀਆਂ ਮਿਲਣਗੀਆਂ। ਉਦੋਂ ਤੁਸੀਂ ਇਹ ਨਹੀਂ ਕਿਹਾ ਸੀ ਕਿ ਸਰਕਾਰ ਅਸੀਂ ਬਣਾਵਾਂਗੇ ਤੇ ਸਰਕਾਰ ਦੀ ਥਾਂ ਤੇ ਨੌਕਰੀਆਂ ਜਿਹੜੀ ਉਹ ਪ੍ਰਾਈਵੇਟ ਸੈਕਟਰ ਵਾਲੇ ਦੇਣਗੇ। ਦੂਸਰੀ ਗੱਲ, ਪ੍ਰਾਈਵੇਟ ਸੈਕਟਰ ਨੂੰ ਤੁਸੀਂ ਹਰ ਸਾਲ ਕਰੋੜਾਂ ਨਹੀਂ ਬਲਕਿ ਅਰਬਾਂ ਰੁਪਇਆ ਮੁਆਫ ਕਰਦੇ ਹੋ ਉਹਨਾਂ ਦਾ, ਕਿ ਉਹਨਾਂ ਦੇ ਯੂਨਿਟ ਠੀਕ ਤਰੀਕੇ ਨਾਲ ਚੱਲ ਨਹੀਂ ਰਹੇ। ਤਾਂ ਅੱਜ ਤੱਕ ਗਵਰਨਮੈਂਟ ਵੱਲੋਂ ਤਸਦੀਕਸ਼ੁਦਾ ਰੂਪ ਦੇ ਵਿੱਚ ਕਿੰਨੇ ਵਿਅਕਤੀਆਂ ਲਈ ਪ੍ਰਾਈਵੇਟ ਸੈਕਟਰ ਦੇ ਜਾਣ ਤੇ ਨੌਕਰੀਆਂ ਦਾ ਸਟਰਕਚਰ ਬਣਾਇਆ ਗਿਆ? ਕੀ ਪ੍ਰਾਈਵੇਟ ਜਿਹੜਾ ਸੈਕਟਰ ਹੈ ਜਦੋਂ ਉਹ ਏਮਪਲੋਇਮੈਂਟ ਦਿੰਦਾ ਹੈ ਤਾਂ ਗਵਰਨਮੈਂਟ ਨੇ ਕੋਈ ਉਹਦੇ ਲਈ ਨੇਮ ਬਣਾਏ ਹੋਏ ਆ ਕਿ ਜਿਹੜਾ ਇੰਜੀਨੀਅਰ ਹੈ ਉਹ ਇਸ ਲੈਵਲ ਦੀ ਨੌਕਰੀ 'ਚ ਜਾਊਗਾ, ਜਿਹੜਾ ਛੋਟੀ ਟੈਕਨੀਕਲ ਸਕਿੱਲ ਵਾਲਾ ਹੈ ਉਹ ਇਸ ਲੈਵਲ ਦੀ ਨੌਕਰੀ ਦੇ ਵਿੱਚ ਜਾਊਗਾ, ਜਾਂ ਅਪਰ ਸਕਿੱਲ ਵਾਲਾ ਇਸ ਲੈਵਲ ਦੀ ਨੌਕਰੀ ਦੇ ਵਿੱਚ ਜਾਊਗਾ? ਇਸ ਕਿਸਮ ਦੀ ਕੰਪਰੀਹੈਂਸਿਵ ਏਮਪਲੋਇਮੈਂਟ ਜਿਹੜੀ ਪਲਾਨ ਹੈ ਉਹ ਨੈਸ਼ਨਲ ਲੈਵਲ ਤੇ ਕੋਈ ਨਹੀਂ ਬਣੀ ਹੋਈ। ਇਸ ਕਰਕੇ ਹੋ ਇਹ ਰਿਹਾ ਕਿ ਸਾਡੇ ਮੁਲਕ ਦੇ ਵਿੱਚ ਇਹੀ ਨਹੀਂ ਪਤਾ ਕਿ ਆਉਣ ਵਾਲੇ 5 ਸਾਲਾਂ ਦੇ ਵਿੱਚ ਕਿਸ ਸੈਕਟਰ ਦੇ ਵਿੱਚ ਕਿੰਨੀ ਇੰਪਲਾਇਮੈਂਟ ਪੈਦਾ ਹੋਊਗੀ, ਉਸ ਇੰਪਲਾਇਮੈਂਟ ਲਈ ਕਿਸ ਲੈਵਲ ਦੀ ਸਕਿੱਲ ਦੀ ਲੋੜ ਹੈ, ਉਸ ਇੰਪਲਾਇਮੈਂਟ ਤੇ ਸਕਿੱਲ ਦੀ ਲੋੜ ਦੀ ਪੂਰਤੀ ਲਈ ਅਸੀਂ ਕਿਹੜੇ ਨਵੇਂ ਐਜੂਕੇਸ਼ਨਲ ਇੰਸਟੀਚਿਊਟ ਖੋਲ ਰਹੇ ਹਾਂ। ਹੁਣ ਪ੍ਰਾਈਵੇਟ ਐਂਟਰਪ੍ਰੇਨਿਓਰ ਕੀ ਕਹਿ ਰਿਹਾ ਹੈ ਕਿ ਸਾਨੂੰ ਉਸ ਲੈਵਲ ਦੀ ਸਕਿੱਲ ਵਾਲੇ ਬੰਦੇ ਨਹੀਂ ਮਿਲ ਰਹੇ। ਪ੍ਰਾਈਵੇਟ ਸੈਕਟਰ ਦੇ ਵਿੱਚ IT ਸੈਕਟਰ ਇੱਕ ਐਸਾ ਹੈ ਜਿਹਦੇ ਵਿੱਚ ਕੁਝ ਇੰਪਲਾਇਮੈਂਟ ਹੈਗੀ ਹੈ, ਜਿਹੜੀ ਉਹ ਇੰਪਲਾਇਮੈਂਟ ਜਾਂ ਜਿਨ੍ਹਾਂ ਨੂੰ ਉਹ ਇੰਪਲਾਈ ਕਰਕੇ ਲਿਜਾਂਦੇ ਆ ਤਾਂ ਉਹਨਾਂ ਦੇ ਵੀ ਇੱਕ ਬੜਾ ਮੁੱਢਲਾ ਤਰਕ ਹੈ ਜਿਹੜਾ ਉਹ ਹਮੇਸ਼ਾ ਦਿੰਦੇ ਆ ਨੌਕਰੀ ਦੇਣ ਤੋਂ ਪਹਿਲਾਂ। ਉਹ ਕਹਿੰਦੇ ਆ ਕਿ ਜਦੋਂ ਵੀ ਅਸੀਂ ਇੱਥੋਂ ਲੈ ਕੇ ਜਾਂਦੇ ਹਾਂ ਤਾਂ ਉਸ ਨੂੰ 1 ਸਾਲ ਤੱਕ ਦੀ ਅਸੀਂ ਆਪਣੇ ਸਿਰ ਤੇ ਟ੍ਰੇਨਿੰਗ ਦਿੰਦੇ ਆ। ਇਹਦਾ ਮਤਲਬ ਇਹ ਹੋਇਆ ਕਿ ਸਾਡੀਆਂ ਵਿਦਿਅਕ ਸੰਸਥਾਵਾਂ ਦੀ ਕੁਆਲਿਟੀ ਵੱਲ ਸਾਡੀ ਸਰਕਾਰ ਨੇ ਉਸ ਲੈਵਲ ਦਾ ਧਿਆਨ ਨਹੀਂ ਦਿੱਤਾ ਕਿ ਉਸ ਦੇ ਵਿੱਚੋਂ ਪੈਦਾ ਹੋਣ ਵਾਲਾ ਇੰਜੀਨੀਅਰ ਡਾਇਰੈਕਟਲੀ ਇੰਪਲਾਏਬਲ ਹੋਵੇ, ਉਹਦੇ ਕੋਲੇ ਉਸ ਲੈਵਲ ਦੀ ਸਕਿੱਲ ਹੋਵੇ ਕਿ ਉਸ ਨੂੰ ਸਿੱਧੇ ਤੌਰ ਤੇ ਨੌਕਰੀ ਮਿਲ ਸਕੇ। ਹੁਣ ਅੱਜ ਦੀ ਦਸ਼ਾ ਦੇ ਵਿੱਚ ਉਪਰਾਮਤਾ ਇਹ ਬਣੀ ਹੋਈ ਹੈ ਕਿ ਕੋਈ ਵੀ ਵਿਅਕਤੀ ਜੋ ਇੰਜੀਨੀਅਰਿੰਗ ਕਰ ਰਿਹਾ ਹੈ, ਕੋਈ ਵੀ ਵਿਅਕਤੀ ਜੋ ਆਰਟਸ ਜਾਂ ਸੋਸ਼ਲ ਸਾਇੰਸ ਦੀ ਪੜ੍ਹਾਈ ਕਰ ਰਿਹਾ ਹੈ, ਜਦੋਂ ਵੀ ਤੁਸੀਂ ਕਿਸੇ ਵਿਦਿਆਰਥੀ ਨਾਲ ਗੱਲ ਕਰਦੇ ਹੋ ਕਿ ਤੈਨੂੰ ਨੌਕਰੀ ਦੀਆਂ ਕੋਈ ਸੰਭਾਵਨਾਵਾਂ ਨਜ਼ਰ ਆਉਂਦੀਆਂ ਤਾਂ ਅਜੇ ਤੱਕ ਸ਼ਾਇਦ ਇੱਕ ਵੀ ਵਿਅਕਤੀ ਐਸਾ ਨਹੀਂ ਮਿਲਦਾ ਜਿਹੜਾ ਕਹੇ ਕਿ ਹਾਂ ਮੈਨੂੰ ਸ਼ੋਰ ਇਸ ਪੜ੍ਹਾਈ ਤੋਂ ਬਾਅਦ ਇਹ ਨੌਕਰੀ ਮਿਲ ਜੂਗੀ। ਉਹ ਕਿਤੇ ਨਾ ਕਿਤੇ ਕਹਿੰਦੇ ਆ ਕਿ ਟਰਾਈ ਕਰ ਰਹੇ ਆ, ਦੇਖੀ ਜਾਓ ਮਿਲੂਗੀ ਕਿ ਜਾਂ ਨਹੀਂ ਮਿਲੂਗੀ। ਜੇ ਤੁਸੀਂ 2 ਕਰੋੜ ਨੌਕਰੀ ਦੀ ਬਜਾਏ 1 ਲੱਖ ਨੌਕਰੀ ਦਿੰਦੇ ਹੋ ਤਾਂ 1 ਕਰੋੜ 99 ਲੱਖ ਜਿਹੜਾ ਬੇਰੁਜ਼ਗਾਰ ਹੈ ਉਹ ਕਿੱਥੇ ਜਾਊਗਾ? ਉਹ ਸੜਕਾਂ ਤੇ ਫਿਰੂਗਾ। ਉਹਨੂੰ ਕਿਹੜਾ ਪ੍ਰਾਈਵੇਟ ਸੈਕਟਰ ਉਹਦੀ ਬਾਹ ਫੜੂਗਾ? ਪ੍ਰਾਈਵੇਟ ਸੈਕਟਰ ਵਾਸਤੇ ਤੁਸੀਂ ਕਿੱਥੇ ਇਸ ਕਿਸਮ ਦੇ ਪਾਰਕ ਬਣਾਏ ਹੋਏ ਹੈ ਜਿੱਥੇ ਬਹੁਤ ਵੱਡੀ ਇੰਡਸਟਰੀ ਆਉਣ ਵਾਲੇ ਸਮੇਂ ਦੇ ਵਿੱਚ ਪੈਦਾ ਹੋਈ ਹੈ? ਜੇ ਅਸੀਂ ਇਹ ਕਹੀਏ ਕਿ ਗਲੋਬਲ ਲੈਵਲ ਤੇ ਜਿਹੜੀ ਇੰਡੀਅਨ ਪ੍ਰਾਈਵੇਟ ਐਂਟਰਪ੍ਰੇਨਿਓਰ ਹੈ ਉਹਨਾਂ ਨੇ ਆਪਣੀ ਥਾਂ ਬਣਾਈ ਹੈ, ਸਾਡੇ ਪ੍ਰਾਈਵੇਟ ਸੈਕਟਰ ਦੇ ਵਿੱਚ ਕੀ ਹੋ ਰਿਹਾ ਹੈ? ਉਹ ਸਾਡੇ ਆਪਣੇ ਰਿਸੋਰਸ, ਸਾਡੀਆਂ ਬੰਦਰਗਾਹਾਂ, ਸਾਡੀ ਗੈਸ, ਸਾਡਾ ਤੇਲ, ਉਹ ਸਾਡੇ ਰਿਸੋਰਸ ਨੂੰ ਕੱਢ ਕੇ ਸਾਡੀ ਮਾਈਨਿੰਗ ਉਹਨਾਂ ਨੂੰ ਵੇਚ ਕੇ ਮੁਨਾਫਾ ਕਮਾਉਣ ਤੇ ਲੱਗੇ ਹੋਏ ਹੈ। ਉਹ ਕੋਈ ਇਸ ਕਿਸਮ ਦੀ ਉਦਯੋਗਿਕ ਕ੍ਰਾਂਤੀ ਨਹੀਂ ਲਿਆ ਰਹੇ।
ਉਹਨਾਂ ਦੇ ਉੱਪਰ ਐਸੀ ਕੋਈ ਕੰਡੀਸ਼ਨ ਨਹੀਂ ਜਿਹੜੀ ਮੇਕ ਇਨ ਇੰਡੀਆ ਵੇਲੇ ਲੋਕਾਂ ਨੂੰ ਸੁਪਨਾ ਦਿਖਾਇਆ ਸੀ ਕਿ ਹਿੰਦੁਸਤਾਨ ਦਾ ਬਣਿਆ ਹੋਇਆ ਮਾਲ ਬਾਹਰ ਜਾਊਗਾ। ਸਾਡੀ ਇੰਪੋਰਟ ਐਕਸਪੋਰਟ ਕਿੰਨੀ ਕਰਵਾਈ ਹੋਈ ਹੈ, ਅਸੀਂ ਚਾਈਨਾ ਤੇ ਡਿਪੈਂਡੈਂਸ ਆਪਣੀ ਕਿੰਨੀ ਕੁ ਘਟਾਈ ਹੈ। ਇਹ ਬਹੁਤ ਸਾਰੇ ਐਸੇ ਸੈਕਟਰ ਹੈ, ਜੇ ਇਹਨਾਂ ਵੱਲ ਸਰਕਾਰ ਧਿਆਨ ਨਹੀਂ ਦੇਊਗੀ, ਮੈਨੂੰ ਲੱਗਦਾ ਹੈ ਇੰਪਲਾਇਮੈਂਟ ਕੱਲੀਆਂ ਗੱਲਾਂ ਨਾਲ ਜਨਰੇਟ ਹੋਣ ਵਾਲੀ ਨਹੀਂ ਹੈ। ਇਹਦੇ ਹਾਲਾਤ ਆਉਣ ਵਾਲੇ ਦਿਨਾਂ 'ਚ ਹੋਰ ਵੀ ਮਾੜੇ ਹੋਣਗੇ। ਇੱਕ ਪਾਸੇ ਅਸੀਂ ਇਹ ਕਰ ਰਹੇ ਹਾਂ ਕਿ ਬੱਚਿਆਂ ਨੂੰ ਕਹਿ ਰਹੇ ਹਾਂ ਕਿ ਜੇ ਤੁਸੀਂ ਇਸ ਉਮਰ ਹੱਦ ਤੱਕ ਵੋਟ ਪਾਉਣੀ ਚਾਹੁੰਦੇ ਹੋ ਤਾਂ 1 ਸਾਲ ਬਾਅਦ ਵੋਟਾਂ ਆਉਣਗੀਆਂ, ਤੁਸੀਂ ਉਸ ਤੋਂ 1 ਸਾਲ ਪਹਿਲਾਂ ਹੀ ਵੋਟ ਪਾਉਣ ਵਾਸਤੇ ਐਨਰੋਲ ਹੋ ਸਕਦੇ ਹੋ। ਤੁਸੀਂ ਯੂਥ ਨੂੰ ਵੋਟ ਦੇ ਤੌਰ ਤੇ ਤਾਂ ਦੇਖ ਰਹੇ ਹੋ, ਪਰ ਯੂਥ ਨੂੰ ਇੰਪਲਾਇਮੈਂਟ ਕਿਵੇਂ ਦੇਣੀ ਹੈ, ਉਹਦੀ ਸਕਿੱਲ ਹੈ ਜਿਹੜੀ ਉਹ ਕੰਟਰੀ ਦੇ ਰਿਸੋਰਸ ਦੇ ਤੌਰ ਤੇ ਕਿਵੇਂ ਕੰਮ ਆਵੇ, ਤੁਹਾਡਾ ਜਿਹੜਾ ਹਿਊਮਨ ਰਿਸੋਰਸ ਹੈ ਉਹਦਾ ਕੁਆਲਿਟੀ ਲੈਵਲ ਕੀ ਹੈ, ਇਹਨਾਂ ਗੱਲਾਂ ਵੱਲ ਤੁਸੀਂ ਕੋਈ ਧਿਆਨ ਨਹੀਂ ਦੇ ਰਹੇ ਸੁਖਵਿੰਦਰ। ਬਿਲਕੁਲ, ਨੌਜਵਾਨਾਂ ਨੂੰ ਕਹਿ ਦਿੱਤਾ ਗਿਆ ਕਿ ਤੁਸੀਂ 17 ਸਾਲ ਦੀ ਉਮਰ 'ਚ ਹੀ ਐਨਰੋਲ ਕਰ ਸਕਦੇ ਹੋ ਵੋਟ ਦੇਣ ਦੇ ਲਈ। ਬਿਲਕੁਲ ਤੇ ਵੀ ਸਵਾਲ ਖੜਾ ਹੁੰਦਾ। ਸਹੀ ਤੁਸੀਂ ਗੱਲ ਕਹੀ ਹੈ ਸੰਧੂ ਸਾਹਿਬ। ਇੱਕ ਹੋਰ ਗੱਲ ਹੈ ਇਹਦੇ ਵਿੱਚ ਕਿ ਕੀ ਇਹ ਮਤਲਬ ਕਿ 15 ਲੱਖ ਦੇ ਸ਼ਗੂਫੇ ਵਾਂਗ ਹੈ ਕਿ 2 ਕਰੋੜ ਨੌਕਰੀਆਂ ਦੇਣਾ ਕੀ ਵਾਕਈ ਦਿੱਤੀਆਂ ਜਾ ਸਕਦੀਆਂ? ਕਿਉਂਕਿ ਇਹ ਵੀ ਨਾ ਹੋਵੇ ਕਿ ਅਸੀਂ ਸਰਕਾਰਾਂ ਨੂੰ ਬਲੇਮ ਕਰੀਏ, ਉਹਨਾਂ ਕੋਲ ਕੁਝ ਹੋਵੇ ਨਾ ਤੇ ਉਹ ਸਿਰਫ ਆਪਣੇ ਮੈਨੀਫੈਸਟੋ ਤੱਕ ਸੀਮਤ ਰਹਿਣ ਕਿ ਅਸੀਂ ਤਾਂ ਜੀ ਵਾਅਦਾ ਕਰ ਸਕਦੇ ਹਾਂ, ਦੇਣ ਲੈਣ ਨੂੰ ਇੱਥੇ ਕੁਝ ਨਹੀਂ ਹੈਗਾ। 2 ਕਰੋੜ ਨੌਕਰੀਆਂ ਸਰਕਾਰੀ ਪੱਧਰ ਦੇ ਉੱਤੇ ਹਰ ਸਾਲ ਪੈਦਾ ਹੋ ਸਕਦੀਆਂ ਕਿ ਨਹੀਂ ਹੋ ਸਕਦੀਆਂ? ਦੇਖੋ, ਨੌਕਰੀ ਪੈਦਾ ਤਾਂ ਹੁੰਦੀ ਹੈ ਜੇ ਨੌਕਰੀ ਲਈ ਪਹਿਲਾਂ ਸਾਡੀ ਆਰਥਿਕ ਤਰੱਕੀ ਹੋਵੇ, ਉੱਥੇ ਕੰਮ ਦੇ ਮੌਕੇ ਬਣਨ। ਅਸੀਂ ਜੇ ਆਪਣੇ ਖਿੱਤੇ ਦੀ ਗੱਲ ਕਰੀਏ ਜਿਹਦੇ ਵਿੱਚ ਅਸੀਂ ਰਹਿ ਰਹੇ ਹਾਂ, ਪੰਜਾਬ ਦੇ ਖਿੱਤੇ ਦੀ ਗੱਲ ਕਰੀਏ, ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਜਰਨਲਿਜ਼ਮ ਦੇ ਨਾਲ ਜੁੜੇ ਹੋਏ ਹੋ। ਪਹਿਲੇ 5 ਸਾਲਾਂ ਦੇ ਵਿੱਚ, ਪਹਿਲੇ 10 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਕਿੰਨੀ ਨਵੀਂ ਇੰਡਸਟਰੀ ਲੱਗੀ ਹੈ। ਜੇ ਨਵੀਂ ਇੰਡਸਟਰੀ ਲੱਗੀ ਹੈ ਤਾਂ ਉੱਥੇ ਇੰਪਲਾਇਮੈਂਟ ਆਊਗੀ। ਹਾਲਾਤ ਇਹ ਬਣ ਰਹੇ ਹੈ ਕਿ ਜਿਹੜੀ ਪਹਿਲਾਂ ਇੰਡਸਟਰੀ ਲੱਗੀ ਸੀ ਲਗਾਤਾਰ ਉਹ ਬੰਦ ਹੋ ਰਹੀ ਹੈ। ਜਿੱਥੇ ਪਹਿਲਾਂ ਇੰਪਲਾਇਮੈਂਟ ਸੀ ਉਹ ਇੰਪਲਾਇਮੈਂਟ ਦੇ ਵਿੱਚੋਂ ਲੋਕ ਬੇਰੁਜ਼ਗਾਰ ਹੋ ਰਹੇ ਹੈ। ਜਿੱਥੇ ਇੰਪਲਾਇਮੈਂਟ ਜਨਰੇਟ ਹੋ ਸਕਦੀ ਸੀ, ਅੱਜ ਸਾਡੇ ਜੇ ਐਜੂਕੇਸ਼ਨ ਸੈਕਟਰ ਦੀ ਗੱਲ ਕਰੀਏ, ਸਾਡੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਕਿੰਨੀਆਂ ਪੋਸਟਾਂ ਖਾਲੀ ਹੈ, ਸਾਡੇ ਹਾਈ ਸਕੂਲਾਂ ਦੇ ਵਿੱਚ ਕਿੰਨੀਆਂ ਪੋਸਟਾਂ ਖਾਲੀ ਹੈ, ਕਿੰਨੇ ਸਾਲਾਂ ਤੋਂ ਸਾਡੇ ਕਾਲਜਾਂ ਦੀਆਂ ਪੋਸਟਾਂ ਨਹੀਂ ਭਰੀਆਂ ਗਈਆਂ, ਕਿੰਨੇ ਸਾਲਾਂ ਤੋਂ ਸਾਡੀਆਂ ਸੈਂਟਰਲ ਏਜੰਸੀ ਦੇ ਵਿੱਚ ਇੰਪਲਾਇਮੈਂਟ ਨਹੀਂ ਆਈ, ਕਿੰਨੇ ਸਾਲਾਂ ਤੋਂ ਸਾਡੀ ਰੇਲਵੇ ਦੇ ਵਿੱਚ, ਪੋਸਟ ਆਫਿਸ ਦੇ ਵਿੱਚ, ਸੈਂਟਰਲ ਪੁਲਿਸ ਸਰਵਿਸਿਜ਼ ਦੇ ਵਿੱਚ, ਆਰਮੀ ਦੇ ਵਿੱਚ, ਜਿੱਥੇ ਜਿੱਥੇ ਰਿਕਰੂਟਮੈਂਟ ਦੀ ਗੁੰਜਾਇਸ਼ ਬਣਦੀ ਹੈ ਜਾਂ ਬਣ ਸਕਦੀ ਹੈ, ਉੱਥੇ ਹਾਲਾਤ ਤਾਂ ਇਹ ਬਣੇ ਹੋਏ ਆ ਕਿ ਉਹ ਸਾਰੀਆਂ ਸੰਸਥਾਵਾਂ ਬੈਂਕਰਪਟ ਹੋਈਆਂ ਪਈਆਂ। ਤਨਖਾਹ ਦੇਣ ਨੂੰ ਯੂਨੀਵਰਸਿਟੀਆਂ ਦੇ ਵਿੱਚ ਨਾ ਸਟੇਟ ਗਵਰਨਮੈਂਟ ਕੋਲ ਨਾ ਸੈਂਟਰ ਗਵਰਨਮੈਂਟ ਫੰਡ ਦੀ ਕਮੀ ਹੋਈ ਪਈ ਹੈ। ਤੁਸੀਂ ਬੱਚਿਆਂ ਦੇ ਦੁੱਧ ਤੱਕ GST ਲਾਉਣ ਤੇ ਆਏ ਹੋਏ ਹੋ। ਜੇ ਤੁਸੀਂ ਇੰਡਸਟਰੀ ਦਾ ਖੂਨ ਨਿਚੋੜ ਦਿਓਗੇ, ਇੰਡਸਟਰੀ ਨਹੀਂ ਲੱਗਣ ਦਿਓਗੇ, ਬਾਹਰੋਂ ਲਿਆ ਕੇ ਸਮਾਨ ਇੱਥੇ ਵੇਚਣ ਤੇ ਜ਼ੋਰ ਦਿਓਗੇ, ਆਪਣਾ ਮੈਨੂਫੈਕਚਰਿੰਗ ਯੂਨਿਟ ਹੈ ਜਿਹੜਾ ਉਹਨੂੰ ਸਟਰੈਂਥਨ ਨਹੀਂ ਕਰੋਗੇ, ਤਾਂ ਲਾਰਿਆਂ ਦੇ ਨਾਲ ਇੰਪਲਾਇਮੈਂਟ ਹੈ ਜਿਹੜੀ ਉਹ ਪੈਦਾ ਨਹੀਂ ਹੁੰਦੀ। ਉਹਦੇ ਨਾਲ ਹਾਲਾਤ ਇਹ ਬਣਦੇ ਹੈ ਕਿ ਅਨਰੈਸਟ ਪੈਦਾ ਹੁੰਦੀ ਹੈ। ਹਾਲਾਤ ਹੈ ਜਿਹੜੇ ਸ਼੍ਰੀਲੰਕਾ ਵੱਲ ਨੂੰ ਤੁਰ ਜਾਂਦੇ ਹੈ। ਜਾਂ ਪੰਜਾਬ ਦੇ ਨੌਜਵਾਨਾਂ ਨੇ ਜਿਹੜਾ ਇੱਕ ਰਸਤਾ ਅਖਤਿਆਰ ਕੀਤਾ, 2 ਹੀ ਰਸਤੇ ਹੁੰਦੇ ਹੈ, ਜਾਂ ਇੱਕ ਵਿਅਕਤੀ ਸੁਸਾਈਡਲ ਹੋ ਜੇ ਜਾਂ ਲੜਨ ਮਰਨ ਨੂੰ ਤਿਆਰ ਹੋ ਜੇ। ਦੋਨਾਂ ਰਸਤਿਆਂ ਦੇ ਵਿੱਚ ਹੀ ਸੁਸਾਈਡ ਹੈ, ਜਾਂ ਉਹ ਉਸ ਇਲਾਕੇ ਨੂੰ ਛੱਡ ਕੇ ਭੱਜ ਜੇ। ਪੰਜਾਬ ਦਾ ਯੂਥ ਬਾਹਰ ਜਾ ਰਿਹਾ, ਇਹ ਵੀ ਇੰਪਲਾਇਮੈਂਟ ਨਾਲ ਇਨਡਾਇਰੈਕਟਲੀ ਜੁੜੀ ਹੋਈ ਗੱਲ ਹੈ। ਜੇ ਉਸ ਨੂੰ ਯੋਗ ਇੰਪਲਾਇਮੈਂਟ ਨਹੀਂ ਮਿਲਦੀ, ਉਹ ਇੱਥੋਂ ਮੂਵ ਕਰਕੇ ਬਾਹਰ ਚਲਾ ਜਾਂਦਾ। ਇਸ ਕਰਕੇ ਜੇ ਇਸ ਕਿਸਮ ਦੇ ਹਾਲਾਤ ਬਣਨਗੇ, ਬਾਹਰ ਜਾਣਾ ਵੀ ਕਿਹੜਾ ਸੌਖਾ ਹੈ। ਅਸੀਂ ਕਿੰਨੇ ਲੋਕਾਂ ਨੂੰ ਨੌਕਰੀ ਦੇ ਰਹੇ ਹਾਂ, ਕਿਹੜੇ ਸੈਕਟਰ ਹੈ ਜਿਹੜੇ ਨੂੰ ਅਸੀਂ ਕਹਿ ਰਹੇ ਹਾਂ ਕਿ ਆਉਣ ਵਾਲੇ ਅਸੀਂ 3 ਸਾਲਾਂ ਦੇ ਵਿੱਚ, 5 ਸਾਲਾਂ ਦੇ ਵਿੱਚ, 10 ਸਾਲਾਂ ਦੇ ਵਿੱਚ, 20 ਸਾਲਾਂ ਦੇ ਵਿੱਚ ਇਸ ਸੈਕਟਰ ਦੇ ਵਿੱਚ ਇੰਨੇ ਗੁਣਾ ਤਰੱਕੀ ਕਰਾਂਗੇ। ਜੇ ਅਸੀਂ ਇਹ ਨਹੀਂ ਕਹਾਂਗੇ ਤਾਂ ਜਿਹੜੇ ਸਾਡੇ ਚੁਣਾਵੀ ਜੁਮਲੇ ਹੈ ਉਹਨਾਂ ਦੀ ਲਗਾਤਾਰ ਫੂਕ ਨਿਕਲਦੀ ਜਾ ਰਹੀ ਹੈ। ਤੇ ਜਦੋਂ ਲੋਕਾਂ ਦੇ ਵਿੱਚ ਆਪਣੇ ਚੁਣੇ ਹੋਏ ਪ੍ਰਤੀਨਿਧਾਂ ਬਾਰੇ ਬੇਵਿਸ਼ਵਾਸੀ ਦਾ ਆਲਮ ਬਹੁਤ ਵੱਧ ਜਾਂਦਾ ਹੈ, ਤਾਂ ਫਿਰ ਉਹ ਇਹੀ ਕਰਦੇ ਹੈ ਕਿ ਤੰਗ ਆਏ ਹੋਏ ਫੁੱਲ ਤੇ ਸਤਾਈਆਂ ਹੋਈਆਂ ਲਗਰਾਂ ਲਾ ਦੇਣਗੇ ਦਸਤਾਰ ਮਾਲੀ ਦੀ ਇੱਕ ਦਿਨ। ਸੁਖਵਿੰਦਰ ਜੀ, ਮੈਂ ਜੇ ਹੁਣ ਸੰਧੂ ਸਾਹਿਬ ਪੰਜਾਬ ਦੀ ਗੱਲ ਕਰਾਂ, ਪੰਜਾਬ ਦੇ ਅੰਕੜੇ ਵੀ ਮੈਨੂੰ ਲੱਗਦਾ ਸ਼ਾਇਦ ਜੇ ਤੁਹਾਡੀ ਨਜ਼ਰ ਵਿੱਚ ਹੋਣ, ਕਿਉਂਕਿ ਸਰਕਾਰ ਹੁਣ ਕਹਿ ਰਹੀ ਹੈ ਕਿ ਅਸੀਂ 36,000 ਨੂੰ ਪੱਕਾ ਕਰਨਾ। ਉਹਨਾਂ ਤੋਂ ਸਮਾਂ ਲੈ ਲਿਆ, ਉਹਨਾਂ ਨੇ ਕਹਿੰਦੇ 5-6 ਮਹੀਨਿਆਂ 'ਚ ਕਰ ਦਾਂਗੇ। ਕੋਈ ਨਾ ਕੋਈ ਕਾਨੂੰਨੀ ਚਾਰਾਜੋਈ ਜ਼ਰੂਰ ਕਰ ਰਹੇ ਨੇ, ਪਰ ਜਿਹੜੇ ਡਾਂਗ ਸੋਟਾ ਫਿਰਦਾ ਸੰਗਰੂਰ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਕਿਸ ਤਰ੍ਹਾਂ ਬੇਰੁਜ਼ਗਾਰਾਂ ਨੂੰ ਕੁੱਟਿਆ ਜਾਂਦਾ, ਦਰੜਿਆ ਜਾਂਦਾ। ਉਹ ਵੀ ਮਜਬੂਰ ਨੇ ਕਿ ਉਹਨਾਂ ਨੂੰ ਸਿਰਫ ਨੌਕਰੀ ਤੱਕ ਹੀ ਉਹਨਾਂ ਨੇ ਕਿਹਾ ਕਿ ਸਾਨੂੰ ਨੌਕਰੀ ਮਿਲ ਜੇ, ਉਸ ਤੋਂ ਬਾਅਦ ਬਾਕੀ ਕੰਮ ਅਸੀਂ ਆਪੇ ਕਰ ਲਾਂਗੇ। ਪਰ ਸਰਕਾਰ ਕੋਲ ਹੈ ਨਹੀਂ, ਫਿਰ ਉਹ ਕੀ ਕਰਨ? ਖੁਦਕੁਸ਼ੀਆਂ ਦੇ ਰਾਹ ਤੁਰਦੇ ਨੇ ਜਾਂ ਉਸ ਤਰੀਕੇ ਨਾਲ ਸੰਘਰਸ਼ ਦੇ ਰਾਹ ਪਏ ਰਹਿੰਦੇ ਨੇ, ਉਮਰਾਂ ਲੰਘ ਜਾਂਦੀਆਂ ਉਹਨਾਂ ਦੀਆਂ। ਸਰਕਾਰ ਕੋਲ ਨੌਕਰੀ ਕਿਉਂ ਨਹੀਂ? ਕੀ ਇਹ ਨੌਕਰੀ ਨਾ ਹੋਣਾ ਸਰਕਾਰ ਦੀ ਮਜਬੂਰੀ ਹੈ,
ਜਾਂ ਨੌਕਰੀ ਨਾ ਹੋਣਾ ਸਰਕਾਰ ਦੀਆਂ ਗਲਤ ਨੀਤੀਆਂ ਹੈ, ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈ। ਅੱਜ ਜਦੋਂ ਨੌਜਵਾਨ ਨੌਕਰੀ ਮੰਗਦਾ ਹੈ, ਯੂਨੀਵਰਸਿਟੀ ਦੇ ਵਿੱਚ ਧਰਨੇ ਤੇ ਬੈਠੇ ਹੋਏ ਹੈ, ਹਰ ਲੀਡਰ ਦੇ ਬਾਰ 'ਚ ਧਰਨੇ ਤੇ ਬੈਠੇ ਹੋਏ ਹੈ, ਕਿਤੇ ਡਾਂਗਾ ਮਾਰੀਆਂ ਜਾ ਰਹੀਆਂ, ਕਿਤੇ ਪਾਣੀ ਸੁੱਟਿਆ ਜਾ ਰਿਹਾ ਹੈ। ਇਸ 'ਚ ਨਾ ਅਸੀਂ ਵਰਤਮਾਨ ਸਰਕਾਰ ਦੀ ਗੱਲ ਕਰਦੇ ਹਾਂ, ਨਾ ਪਹਿਲੀ ਦੀ, ਨਾ ਉਸ ਤੋਂ ਪਹਿਲੀ, ਸਾਰੀਆਂ ਸਰਕਾਰਾਂ ਵੇਲੇ ਇਸ ਕੀ ਕਾਰਨ ਹੈ, ਸਾਡੀ ਕੀ ਮਜਬੂਰੀ ਹੈ, ਜਿਹੜੀ ਚੀਜ਼ ਮੰਗੀ ਨਹੀਂ ਜਾਂਦੀ ਉਹ ਅਸੀਂ ਧੱਕੇ ਨਾਲ ਦੇ ਰਹੇ ਹਾਂ। ਕਿਸੇ ਨੇ ਸਾਡੇ ਤੋਂ ਮੁਫਤ ਬਿਜਲੀ ਲੈਣ ਵਾਸਤੇ ਪ੍ਰੋਟੈਸਟ ਕੀਤਾ ਸੀ, ਅਸੀਂ ਉਹ ਦੇ ਰਹੇ ਹਾਂ ਕਿ ਅਸੀਂ 600 ਯੂਨਿਟ ਮੁਫਤ ਦੇਵਾਂਗੇ। ਜਿਹੜੇ ਤੁਹਾਡੇ ਦਰਵਾਜ਼ੇ ਤੇ ਆ ਕੇ ਕਹਿ ਰਹੇ ਸਾਨੂੰ ਨੌਕਰੀ ਦਿਓ, ਉਹਨਾਂ ਨੂੰ ਅਸੀਂ ਕਹਿ ਰਹੇ ਹਾਂ ਕਿ ਨੌਕਰੀ ਨਹੀਂ ਦੇ ਰਹੇ। ਤੁਹਾਡੇ ਤੋਂ ਕਿਸੇ ਨੇ ਬੱਸਾਂ ਦੇ ਵਿੱਚ ਮੁਫਤ ਸਫ਼ਰ ਮੰਗਿਆ ਸੀ? ਨਹੀਂ ਮੰਗਿਆ ਸੀ। ਤੁਸੀਂ ਕਿਹਾ ਕਿ ਅਸੀਂ ਬੱਸਾਂ ਦੇ ਵਿੱਚ ਸਫ਼ਰ ਤਾਂ ਮੁਫਤ ਦੇ ਦਿਆਂਗੇ, ਪਰ ਰੋਡਵੇਜ਼ ਦੇ ਮੁਲਾਜ਼ਮ ਜਿਹੜੇ ਸਟ੍ਰਾਈਕ ਕਰਦੇ ਆ ਉਹਨਾਂ ਨੂੰ ਸਮੇਂ ਸਿਰ ਤਨਖਾਹ ਨਹੀਂ ਦੇਵਾਂਗੇ। ਜਿਹੜੀਆਂ ਚੀਜ਼ਾਂ ਮੰਗੀਆਂ ਨਹੀਂ, ਤੁਹਾਡੇ ਤੋਂ ਸਾਈਕਲ ਕਿਸੇ ਨੇ ਮੰਗੇ ਸੀ, ਤੁਹਾਡੇ ਤੋਂ ਮੋਬਾਈਲ ਕਿਸੇ ਨੇ ਮੁਫਤ ਮੰਗੇ ਸੀ, ਤੁਹਾਡੇ ਤੋਂ ਆਟਾ ਦਾਲ ਕਿਸੇ ਨੇ ਫ੍ਰੀ 'ਚ ਮੰਗਿਆ ਸੀ, ਤੁਹਾਡੇ ਤੋਂ ਇੱਕ ਮਤਲਬ ਮਹੀਨੇ ਦੇ ਵਿੱਚ 1000 ਰੁਪਇਆ ਪੈਨਸ਼ਨ ਕਿਸੇ ਨੇ ਮੰਗੀ ਸੀ। ਅਸੀਂ ਕੀ ਕਰ ਰਹੇ ਹਾਂ? ਨੌਨ ਪ੍ਰੋਡਕਟਿਵ ਜਗ੍ਹਾ ਦੇ ਉੱਪਰ ਅਸੀਂ ਸਟੇਟ ਦਾ ਧਨ ਹੈ ਜਿਹੜਾ ਉਹਨੂੰ ਖਰਚ ਕਰ ਰਹੇ ਹਾਂ। ਜੇ ਇਸੇ ਧਨ ਦੇ ਨਾਲ ਛੋਟੀ ਮੋਟੀ ਇੰਡਸਟਰੀ ਲਗਾਈ ਹੋਵੇ, ਛੋਟੇ ਮੋਟੇ ਉਦਯੋਗ ਲਗਾਏ ਹੋਣ, ਜਿਹਦੇ ਵਿੱਚ 5, 10, 50 ਲੋਕ ਇੰਪਲਾਏਬਲ ਹੋਣ, ਉਹਨਾਂ ਨੂੰ ਨੌਕਰੀ ਬਣਨ ਦੇ ਸਾਧਨ ਜਾਂ ਮੌਕੇ ਪੈਦਾ ਹੋਣ, ਤਾਂ ਨੌਕਰੀਆਂ ਬਣਨਗੀਆਂ। ਜਦੋਂ ਅਸੀਂ ਇਸ ਕਿਸਮ ਨਾਲ ਲੋਕਾਂ ਨੂੰ ਮੰਗਤੇ ਬਣਾਉਣ ਤੇ ਤੁਲੇ ਹੋਏ ਹਾਂ, ਤਾਂ ਕੁਦਰਤੀ ਤੌਰ ਤੇ ਇਹ ਹੈ ਕਿ ਸਟੇਟ ਦੀ ਜਿਹੜੀ ਥੋੜੀ ਬਹੁਤੀ ਪੂੰਜੀ ਹੈ ਤੁਹਾਡੇ ਕੋਲ ਬਚਦੀ ਹੈ, ਜਿਹਦੇ ਨਾਲ ਸਟੇਟ ਦਾ ਵਿਕਾਸ ਕਰਨਾ ਹੁੰਦਾ ਹੈ, ਤੁਸੀਂ ਉਹ ਜਿਹਨੂੰ ਫ੍ਰੀ ਦੀਆਂ ਰੇਵੜੀਆਂ ਵੰਡਣ ਵਾਲੀ ਗੱਲ ਪਿਛਲੇ ਦਿਨਾਂ 'ਚ ਨੈਸ਼ਨਲ ਲੈਵਲ ਤੇ ਵੀ ਡਿਬੇਟ ਦਾ ਹਿੱਸਾ ਰਹੀ ਹੈ, ਤੁਸੀਂ ਜਿਹੜਾ ਸਰਪਲਸ ਮਨੀ ਥੋੜਾ ਬਹੁਤਾ ਵੀ ਤੁਹਾਡੇ ਕੋਲੇ ਬਚਦਾ ਹੈ ਉਹ ਮੁਫਤਖੋਰੀ 'ਚ ਲਟਾ ਦਿਓਗੇ। ਸਾਰੀਆਂ ਸਰਕਾਰਾਂ ਕਿਸੇ ਇੱਕ ਸਰਕਾਰ ਨੂੰ ਜ਼ਿੰਮੇਵਾਰ ਨਹੀਂ ਸਮਝਦੇ। ਜੇ ਇਸ ਕਿਸਮ ਨਾਲ ਅਸੀਂ ਉੱਥੇ ਲਟਾਵਾਂਗੇ ਤਾਂ ਨੌਕਰੀ ਅਸੀਂ ਕਾਹਦੇ ਨਾਲ ਪੈਦਾ ਕਰਾਂਗੇ? ਸਾਡੇ ਸਕੂਲਾਂ ਦਾ ਬੁਰਾ ਹਾਲ, ਉੱਥੇ ਸਾਡੇ ਕੋਲ ਪ੍ਰੋਪਰ ਤਰੀਕੇ ਦਾ ਇਨਫਰਾਸਟ੍ਰਕਚਰ ਹੈ ਨਹੀਂ। ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਪ੍ਰੋਪਰ ਇੰਪਲਾਏਬਲ ਬੰਦੇ ਸਾਡੇ ਕੋਲੇ ਲੱਗੇ ਨਹੀਂ ਹੋਏ, ਜਿਹੜੇ ਲੱਗੇ ਹੋਏ ਉਹਨਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ। ਸਰਕਾਰ ਹੈ ਜਿਹੜੀ ਉਹ ਜੇ ਇਸ ਕਿਸਮ ਦੀਆਂ ਨੀਤੀਆਂ ਨਾਲ ਚੱਲੂਗੀ ਤਾਂ ਹਰ ਸਾਲ ਕਿੰਨਾ ਬਜਟ ਤੇ ਬੋਝ ਪੈਣਾ ਹੈ। ਉਸ ਬੋਝ ਦੇ ਨਾਲ ਨਵੇਂ ਕਾਰਖਾਨੇ ਲਾਏ ਜਾ ਸਕਦੇ ਸੀ, ਪਬਲਿਕ ਸੈਕਟਰ ਦੇ ਵਿੱਚ ਨਵੀਆਂ ਚੀਜ਼ਾਂ ਗਰੋ ਕੀਤੀਆਂ ਜਾ ਸਕਦੀਆਂ ਸੀ। ਮੈਨੂੰ ਲੱਗਦਾ ਹੈ ਕਿ ਨੀਤੀ ਦੇ ਪੱਧਰ ਤੇ ਬਹੁਤ ਸਖਤ ਫੈਸਲੇ ਲੈਣ ਦੀ ਲੋੜ ਹੈ, ਪਰ ਇਹ ਫੈਸਲੇ ਲਏ ਇਸ ਕਰਕੇ ਨਹੀਂ ਜਾ ਰਹੇ ਕਿ ਜਦੋਂ ਇੱਕ ਸਰਕਾਰ ਆ ਕੇ ਕਹਿੰਦੀ ਹੈ ਕਿ ਅਸੀਂ ਕਣਕ ਦੇਵਾਂਗੇ ਮੁਫਤ, ਤਾਂ ਦੂਸਰੀ ਸਰਕਾਰ ਆ ਕੇ ਉਹ ਤੋਂ ਇੱਕ ਕਦਮ ਵੱਧ ਇਹ ਕਹਿੰਦੀ ਹੈ ਅਸੀਂ ਆਟਾ ਦੇਵਾਂਗੇ। ਇੱਕ ਸਰਕਾਰ ਕਹਿੰਦੀ ਹੈ ਅਸੀਂ ਬੱਸ ਦੇ ਵਿੱਚ ਸਫ਼ਰ ਮੁਫਤ ਦੇਵਾਂਗੇ, ਦੂਸਰੀ ਸਰਕਾਰ ਆ ਕੇ ਇਹ ਕਰੂਗੀ ਕਿ ਬੱਸ ਦੇ ਵਿੱਚ ਮੁਫਤ ਸਫ਼ਰ ਕਰਨ ਵਾਲਿਆਂ ਨੂੰ ਅਸੀਂ ਅੱਧਾ ਕਿਲੋ ਕੇਲੇ ਵੀ ਨਾਲ ਦਿਆ ਕਰਾਂਗੇ। ਮੇਰਾ ਮਤਲਬ ਹੈ ਕਿ ਜੇ ਇਸ ਕਿਸਮ ਦੀਆਂ ਗੱਲਾਂ ਅਸੀਂ ਕਰਾਂਗੇ, ਇਹਦੇ ਨਾਲ ਇੰਪਲਾਇਮੈਂਟ ਭਾਵੇਂ ਉਹ ਪੰਜਾਬ ਹੈ, ਭਾਵੇਂ ਕੋਈ ਹੋਰ ਸੂਬਾ ਹੈ, ਜਾਂ ਸਾਡੇ ਰਾਸ਼ਟਰ ਪੱਧਰ ਤੇ ਭਾਰਤ ਸਰਕਾਰ ਹੈ, ਤਾਂ ਉੱਥੇ ਨੌਕਰੀਆਂ ਨਵੀਆਂ ਜਨਰੇਟ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਸੁਖਵਿੰਦਰ ਸੰਧੂ ਸਾਹਿਬ, ਇਹ ਬੜਾ ਅਹਿਮ ਪੱਖ ਤੁਸੀਂ ਰੱਖਿਆ ਕਿ ਮੰਗਿਆ ਤਾਂ ਜੋ ਕੁਝ ਨਹੀਂ ਮੰਗਿਆ ਜਾਂਦਾ ਉਹ ਦੇ ਦਿੱਤਾ ਜਾਂਦਾ, ਜੋ ਮੰਗਦੇ ਨੇ ਉਹ ਨਹੀਂ ਦਿੱਤਾ ਜਾਂਦਾ। ਇਹ ਏਦਾਂ ਲੱਗਦਾ ਕਿ ਜਿਵੇਂ ਆਪਾਂ ਅਨਪੜ੍ਹਤਾ ਵਾਲੇ ਪਾਸੇ ਦੇਖਦੇ ਹਾਂ ਕਿ ਜਾਣ ਬੁੱਝ ਕੇ ਅਨਪੜ੍ਹਤਾ ਫੈਲਾਈ ਜਾ ਰਹੀ ਆ, ਕਿ ਜਿਹੜੇ ਤਾਂ ਵਿਚਾਰੇ ਸਰਕਾਰੀ ਸਕੂਲਾਂ 'ਚ ਮਾਤਰ ਪੜ੍ਹਦੇ ਨੇ ਉਹਨਾਂ ਦਾ ਹਾਲ ਦੇਖ ਲਓ, ਤੇ ਪ੍ਰਾਈਵੇਟ ਵਾਲੇ ਉਹ ਵਧੀਆ ਖੇਤਰਾਂ ਦੇ ਵਿੱਚ ਸਿਲੈਕਟ ਹੋ ਜਾਂਦੇ ਨੇ। ਇਸੇ ਤਰ੍ਹਾਂ ਬੇਰੁਜ਼ਗਾਰੀ ਵੀ ਏਦਾਂ ਹੀ ਲੱਗਦਾ ਕਿ ਸਰਕਾਰ ਦੀ ਮਨਸ਼ਾ ਕੁਝ ਹੋਰ ਹੈ। ਜੇ ਕਿਤੇ ਰੁਜ਼ਗਾਰ ਦੇ ਦੇਣ ਤੇ ਇਹ ਸਾਰੀਆਂ ਲਾਮਤਾਂ ਜਿਹੜੀਆਂ ਲੋਕ ਕਿਸੇ ਵੀ ਚੀਜ਼ ਨੂੰ ਮੁਫਤ ਲਈ ਨਹੀਂ ਮੰਗਣਗੇ, ਲੋਕ ਕਹਿਣਗੇ ਕਿ ਸਾਨੂੰ ਇਹ ਕੁਝ ਨਹੀਂ ਚਾਹੀਦਾ। ਉਹ ਤਾਂ ਅੱਜ ਵੀ ਕਹਿੰਦੇ ਨੇ ਭਾਵੇਂ ਨੌਕਰੀ ਨਹੀਂ ਹੈਗੀ, ਪਰ ਫਿਰ ਵੀ ਗੱਲ ਜਦੋਂ ਆਪਾਂ ਰੁਜ਼ਗਾਰ ਦੇ ਉੱਤੇ ਆ ਕੇ ਟਿਕਦੇ ਆ ਤੇ ਆਖਿਰਕਾਰ ਸਰਕਾਰ ਜੇ ਉਧਰ ਖਜ਼ਾਨਾ ਲੁਟਾ ਸਕਦੀ ਆ ਤਾਂ ਇਸ ਪਾਸੇ ਵੱਲ ਨੂੰ ਕਿਉਂ ਨਹੀਂ ਕੰਮ ਕੀਤਾ ਜਾਂਦਾ? ਮੈਂ ਸੁਖਵਿੰਦਰ ਦੱਸਣਾ ਚਾਹੁੰਦਾ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਇੰਪਲਾਇਮੈਂਟ ਨਾਲ ਜਾਂ ਰੁਜ਼ਗਾਰ ਦੇ ਨਾਲ ਜਾਂ ਐਜੂਕੇਸ਼ਨ ਨਾਲ ਜੁੜਿਆ ਹੋਇਆ ਮੁੱਦਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਪਿਛਲੇ ਦਿਨਾਂ ਦੇ ਵਿੱਚ ਯੂਕਰੇਨ ਤੇ ਰਸ਼ੀਆ ਦਾ ਜਿਹੜਾ ਯੁੱਧ ਲੱਗਿਆ, ਉਸ ਦੇ ਵਿੱਚ ਹਿੰਦੁਸਤਾਨ ਦੇ ਬੱਚਿਆਂ ਨੂੰ ਵਾਪਸ ਲਿਆਉਣ ਦੀ ਗੱਲ ਹੋਈ। ਉਹ ਬੱਚੇ ਕਿਉਂ ਗਏ ਹੋਏ ਸੀ ਉੱਥੇ? ਉਹ ਬੱਚੇ ਉੱਥੇ MBBS ਕਰਨ ਗਏ ਹੋਏ ਸੀ, ਬਹੁਤੇ ਉਹਨਾਂ ਦੇ ਵਿੱਚੋਂ। ਹੋਰ ਵਿਸ਼ਵ ਦੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਦੋ ਤਰ੍ਹਾਂ ਦੀ ਪੰਜਾਬ ਦੇ ਵਿੱਚੋਂ ਮਾਈਗ੍ਰੇਸ਼ਨ ਹੁੰਦੀ ਹੈ। ਇੱਕ ਉਹ ਸਟੂਡੈਂਟ ਮਾਈਗ੍ਰੇਸ਼ਨ ਹੁੰਦੀ ਹੈ ਜਿਹੜੇ ਜਾ ਕੇ ਸੈਟਲ ਹੋਣਾ ਚਾਹੁੰਦੇ ਆ, ਜਿਵੇਂ ਫਾਰ ਐਗਜ਼ਾਮਪਲ ਪੰਜਾਬ ਦੇ ਵਿੱਚੋਂ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ, ਆਸਟ੍ਰੇਲੀਆ, ਨਿਊਜ਼ੀਲੈਂਡ ਦੇ ਵਿੱਚ ਬੱਚੇ ਜਾਂਦੇ ਆ। ਉਹਨਾਂ ਦਾ ਬਹੁਤਿਆਂ ਦਾ ਪ੍ਰਾਇਮਰੀ ਪਰਪਸ ਉੱਥੇ ਸੈਟਲ ਹੋਣ ਦਾ ਹੁੰਦਾ। ਜਿਹੜੇ ਬੱਚੇ MBBS ਵਗੈਰਾ ਕਰਨ ਜਾਂਦੇ ਆ ਉਹਨਾਂ ਚੋਂ ਬਹੁਤੇ ਬੱਚਿਆਂ ਦਾ ਇਹ ਮਨ ਹੁੰਦਾ ਕਿ ਅਸੀਂ ਹਿੰਦੁਸਤਾਨ 'ਚ ਆ ਕੇ ਨੌਕਰੀ ਕਰੀਏ। ਲੱਖਾਂ ਰੁਪਇਆ ਹਰ ਸਾਲ ਉਹ ਬਾਹਰਲੇ ਮੁਲਕ ਨੂੰ ਸਾਡੇ ਦੇਸ਼ ਦਾ ਸਰਮਾਇਆ ਜਾਂਦਾ ਹੈ। ਐਡਾ ਕਿੱਡਾ ਕੁ ਵੱਡਾ ਇਨਫਰਾਸਟ੍ਰਕਚਰ ਚਾਹੀਦਾ ਹੈ ਕਿ ਅਸੀਂ MBBS ਕਰਨ ਲਈ ਜਿਸ ਦੀ ਸਾਨੂੰ ਲੋੜ ਹੈ ਉਸ ਦੇ ਇੰਸਟੀਟਿਊਸ਼ਨ ਨਹੀਂ ਬਣਾ ਸਕੇ।
ਦੂਸਰੀ ਗੱਲ, ਜਿਹੜੇ ਸਾਡੇ ਇੰਸਟੀਟਿਊਸ਼ਨ ਬਣੇ ਹੋਏ ਆ, ਅਸੀਂ ਉਹਨਾਂ ਦੇ ਵਿੱਚੋਂ ਸਰਕਾਰ ਦਾ ਦਖਲ ਘੱਟ ਕਰਨ ਵਾਸਤੇ ਜਾਂ ਆਪਣੀ ਜ਼ਿੰਮੇਵਾਰੀ ਤੋਂ ਸਰਕਾਰ ਦੇ ਭੱਜਣ ਵਾਸਤੇ ਇੱਕ ਨਵਾਂ ਰੁਖ ਅਖਤਿਆਰ ਕੀਤਾ, ਜਿਸ ਨੂੰ ਇਹਨਾਂ ਨੇ ਨਾਂ ਦਿੱਤਾ ਸੈਲਫ ਫਾਈਨਾਂਸ ਕੋਰਸ। ਸੈਲਫ ਫਾਈਨਾਂਸ ਕੋਰਸਾਂ ਦੇ ਨਾਂ ਦੇ ਉੱਪਰ ਇਹਨਾਂ ਨੇ ਸੈਕੰਡ ਰੇਟ ਕੁਆਲਿਟੀ ਦੇ ਜਿਹੜੇ ਟੀਚਰ ਸੀ ਉਹ ਯੂਨੀਵਰਸਿਟੀਆਂ ਦੇ ਵਿੱਚ, ਕਾਲਜਾਂ ਦੇ ਵਿੱਚ ਭਰਤੀ ਕਰਨ ਦੀ ਆਗਿਆ ਦਿੱਤੀ, ਕਿਉਂਕਿ ਸਰਕਾਰ ਨੇ ਉਹਨਾਂ ਨੂੰ ਪੂਰੀ ਤਨਖਾਹ ਨਹੀਂ ਦੇਣੀ ਸੀ। ਜਿਹੜੇ ਫਸਟ ਕੁਆਲਿਟੀ ਦੇ ਟੀਚਰ ਹੈ ਉਹਨਾਂ ਨੇ ਅਪਲਾਈ ਨਹੀਂ ਕੀਤਾ ਜਾਂ ਨਹੀਂ ਆਏ। ਉਹਦੇ ਨਾਲ ਕੀ ਹੋਇਆ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਭਰਤੀ ਕਰਨ ਵੱਲ ਉਤਸ਼ਾਹਿਤ ਕੀਤਾ, ਜਿਹਦੇ ਨਾਲ ਕੀ ਹੋਇਆ ਕਿ ਜਿਹੜੀਆਂ ਸਾਡੀਆਂ ਕੁਆਲਿਟੀ ਪੈਦਾ ਕਰਨ ਵਾਲੀਆਂ ਸੰਸਥਾਵਾਂ ਸੀ ਉਹ ਵੀ ਡਿਟੀਰੀਓਰੇਟ ਹੋਈਆਂ। ਉਹ ਇੱਕ ਹੋਰ ਕਾਰਨ ਬਣਿਆ ਸਾਡੀ ਐਜੂਕੇਸ਼ਨ ਤੇ ਸੱਟ ਮਾਰਨ ਦਾ। ਤੀਸਰੀ ਗੱਲ ਇਹ ਹੈ ਕਿ ਲਗਾਤਾਰ ਸਾਡੀ ਰਿਸਰਚ ਨੂੰ, ਸਾਡੇ ਸੈਮੀਨਾਰਾਂ ਨੂੰ, ਸਾਡੀਆਂ ਯੂਨੀਵਰਸਿਟੀਆਂ ਤੇ ਕਾਲਜ ਦੀ ਐਜੂਕੇਸ਼ਨ ਦੀ ਕੁਆਲਿਟੀ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਜਿਹੜਾ ਉੱਥੋਂ ਪ੍ਰੋਡਕਟ ਨਿਕਲ ਰਿਹਾ ਉਹ ਡਾਇਰੈਕਟਲੀ ਇੰਪਲਾਏਬਲ ਵੀ ਨਹੀਂ ਹੈ। ਚੌਥੀ ਗੱਲ ਕਿ ਸਾਡੇ ਇਹਨਾਂ ਨੇ ਹਾਇਰ ਐਜੂਕੇਸ਼ਨ ਦਾ ਕੋਈ ਡਾਟਾਬੇਸ ਹੀ ਤਿਆਰ ਨਹੀਂ ਕੀਤਾ। ਅੱਜ ਕੋਈ ਵਿਦਿਆਰਥੀ ਜੇ ਇੰਜੀਨੀਅਰਿੰਗ ਕਰਨ ਜਾਂਦਾ ਹੈ, ਤੁਸੀਂ ਉਸ ਨੂੰ ਪੁੱਛੋ ਕਿ ਉਹ ਮਕੈਨੀਕਲ, ਇਲੈਕਟ੍ਰੀਕਲ, ਇਲੈਕਟ੍ਰੋਨਿਕਸ ਦੀ, ਕੰਪਿਊਟਰ ਦੀ ਜਾਂ ਸਿਵਲ ਦੀ ਜਾਂ ਇਹ ਇੰਜੀਨੀਅਰਿੰਗ ਦੀ ਡਿਗਰੀ ਕਿਉਂ ਕਰ ਰਿਹਾ ਹੈ, ਉਹ ਤੁਹਾਨੂੰ ਕੋਈ ਜਵਾਬ ਡਾਟੇ ਦੇ ਆਧਾਰ ਤੇ ਨਹੀਂ ਦੇ ਸਕਦਾ ਕਿ ਆਉਣ ਵਾਲੇ 10 ਸਾਲਾਂ 'ਚ ਇੰਨੀਆਂ ਨੌਕਰੀਆਂ ਇਸ ਸੈਕਟਰ ਦੇ ਵਿੱਚ ਨਿਕਲਣਗੀਆਂ। ਮੈਂ ਤਾਂ ਇਹ ਮਤਲਬ ਆਪਣੀ ਐਜੂਕੇਸ਼ਨ ਇਸ ਸੈਕਟਰ 'ਚ ਲੈ ਰਿਹਾ। ਐਜੂਕੇਸ਼ਨ ਕਿਵੇਂ ਲੈ ਰਹੇ ਆ ਕਿ ਮੈਨੂੰ ਕਿਸੇ ਰਿਸ਼ਤੇਦਾਰ ਨੇ, ਮੈਨੂੰ ਕਿਸੇ ਪਰਿਵਾਰ ਦੇ ਬੰਦੇ ਨੇ, ਮੈਨੂੰ ਕਿਸੇ ਖਾਸ ਬੰਦੇ ਨੇ ਕਿਹਾ ਸੀ ਕਿ ਤੂੰ ਇੱਧਰ ਦਾਖਲਾ ਲੈ ਲੈ। ਇਸ ਕਰਕੇ ਮੇਰਾ ਕਹਿਣ ਤੋਂ ਮਤਲਬ ਇਹ ਹੈ ਕਿ ਦੋਨਾਂ ਪਾਸਿਆਂ ਤੋਂ ਇੰਪਰੂਵਮੈਂਟ ਹੋਣ ਦੀ ਜ਼ਰੂਰਤ ਹੈ। ਇੱਕ ਪਾਸਿਓਂ ਇਹ ਕਿ ਸਰਕਾਰ ਨੂੰ ਐਜੂਕੇਸ਼ਨਲ ਇੰਸਟੀਚਿਊਟ ਦੀ ਕੁਆਲਿਟੀ ਇੰਪਰੂਵ ਕਰਨੀ ਚਾਹੀਦੀ ਹੈ। ਅੱਜ ਕੱਲ੍ਹ ਅਸੀਂ ਇੰਟਰਨੈਸ਼ਨਲ ਜਿਹੜੀ ਹਿਊਮਨ ਰਿਸੋਰਸ ਮਾਰਕੀਟ ਦੇ ਵਿੱਚ ਬੈਠੇ ਹੋਏ ਆ। ਜੇ ਸਾਡੇ ਬਹੁਤ ਹੀ ਆਲਾ ਕਿਸਮ ਦੇ ਵਿਦਿਆਰਥੀ ਇੱਥੋਂ ਪ੍ਰੋਡਿਊਸ ਹੋਣਗੇ ਤਾਂ ਕੁਦਰਤੀ ਹੈ ਕਿ ਵਿਦੇਸ਼ੀ ਕੰਪਨੀਆਂ ਵੀ ਉਹਨਾਂ ਨੂੰ ਹਾਇਰ ਕਰਨਗੀਆਂ। ਹਿੰਦੁਸਤਾਨ ਦੇ ਵਿੱਚ ਵੀ ਉਹ ਚੰਗੇ ਐਂਟਰਪ੍ਰੈਨਿਓਰ ਬਣਨਗੇ। ਦੂਸਰੇ ਪਾਸੇ ਇਹ ਸਾਰਾ ਕੁਝ ਕਰਨ ਲਈ ਸਰਕਾਰ ਨੂੰ ਗ੍ਰਾਂਟਾਂ ਦੇਣੀਆਂ ਚਾਹੀਦੀਆਂ। ਗ੍ਰਾਂਟਾਂ ਜਾਂ ਰਿਸਰਚ ਦੀ ਪੱਧਰ ਤੇ ਇਹ ਰਿਹਾ ਕਿ ਸਰਕਾਰ ਨੇ ਰਿਸਰਚ ਬਿਲਕੁਲ ਬੰਦ ਕਰਤੀ। ਰਿਸਰਚ ਬੰਦ ਹੋਣ ਨਾਲ ਕੀ ਹੋ ਰਿਹਾ ਕਿ ਸਰਕਾਰ ਦਾ ਖਰਚਾ ਘਟਣ ਦੀ ਬਜਾਏ ਵੱਧ ਰਿਹਾ। ਅੱਜ ਬਠਿੰਡੇ ਦੇ ਵਿੱਚ ਨਰਮੇ ਨੂੰ ਸੁੰਡੀ ਖਾ ਰਹੀ ਹੈ। ਉੱਥੇ ਕੀ ਹੋ ਰਿਹਾ, ਉਹ ਜਿਹੜਾ ਸੁੰਡੀ ਨੂੰ ਮਾਰਨ ਵਾਲੀਆਂ ਦਵਾਈਆਂ ਸੀ ਉਹਨਾਂ ਤੇ ਰਿਸਰਚ ਨਹੀਂ ਹੋ ਰਹੀ। ਸਰਕਾਰ ਨੂੰ ਪੈਸਾ ਦੇ ਕੇ ਕੰਪਨਸੇਟ ਕਰਨਾ ਪੈ ਰਿਹਾ ਹੈ। ਅੱਜ ਪੰਜਾਬ ਦੇ ਵਿੱਚ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਜਿਨ੍ਹਾਂ ਤੇ ਸਰਕਾਰ ਨੂੰ ਖਰਚੇ ਕਰਨੇ ਪੈ ਰਹੇ ਹੈ। ਉਹਦੇ ਨਾਲ ਸੰਬੰਧਿਤ ਅਸੀਂ ਸਾਡੇ ਕੋਰਸ ਡਿਜ਼ਾਈਨ ਕਰਕੇ ਨਹੀਂ ਚਲਾਏ। ਮੇਰਾ ਮਤਲਬ ਇਹ ਹੈ ਕਿ ਇੰਪਲਾਏਬਲ ਯੂਥ ਅਸੀਂ ਪੈਦਾ ਨਹੀਂ ਕੀਤਾ। ਅਸੀਂ ਰੋਡ ਮੈਪ ਨਹੀਂ ਬਣਾਇਆ ਕਿ ਆਉਣ ਵਾਲੇ 10 ਸਾਲਾਂ ਦੇ ਵਿੱਚ ਇਸ ਸੈਕਟਰ ਦੇ ਵਿੱਚ ਇੰਪਲਾਇਮੈਂਟ ਦੀਆਂ ਸੰਭਾਵਨਾਵਾਂ ਉਹਨਾਂ ਨੂੰ ਇਸ ਕਿਸਮ ਦੀ ਸਕਿੱਲ ਚਾਹੀਦੀ ਹੈ। ਦੋਵੇਂ ਪਾਸਿਓਂ ਸਮੱਸਿਆ ਆ ਰਹੀ ਹੈ। ਵਿਦਿਆਰਥੀ ਸੜਕਾਂ ਤੇ ਆ ਕੇ ਨੌਕਰੀ ਨਹੀਂ ਮਿਲ ਰਹੀ। ਬਹੁਤ ਸਾਰੀਆਂ ਪ੍ਰਾਈਵੇਟ ਆਰਗੇਨਾਈਜੇਸ਼ਨ ਇਸ ਗੱਲ ਦੀ ਵੀ ਚਿੰਤਾ ਕਰਦੀਆਂ ਕਿ ਸਾਨੂੰ ਇੰਪਲਾਏਬਲ ਮਿਹਨਤੀ ਯੂਥ ਨਹੀਂ ਮਿਲ ਰਿਹਾ। ਜੇ ਇਹ ਦੋਨਾਂ ਚੀਜ਼ਾਂ ਨੂੰ ਕੰਬਾਈਨਡ ਕਰਕੇ ਚੱਲਾਂਗੇ ਤਾਂ ਹੀ ਅਸੀਂ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਥੋੜਾ ਬਹੁਤਾ ਯੂਥ ਨੂੰ ਸੇਧ ਦੇਣ ਲਈ ਕਾਮਯਾਬ ਹੋਵਾਂਗੇ। ਨਹੀਂ ਤਾਂ ਹਾਲਾਤ ਇਸ ਨਾਲੋਂ ਵੀ ਬਦਤਰ ਹੋਣ ਦੀ ਸੰਭਾਵਨਾਵਾਂ ਭਵਿੱਖ ਦੇ ਵਿੱਚ ਬਣ ਸਕਦੀ ਹੈ। ਸੁਖਵਿੰਦਰ ਤੁਹਾਡਾ ਸੰਧੂ ਸਾਹਿਬ। ਸੋ ਮੇਰੇ ਨਾਲ ਮੌਜੂਦ ਸਨ ਪੰਜਾਬ ਹੈਰੀਟੇਜ ਦੇ ਸੰਪਾਦਕ ਡਾਕਟਰ ਸਤਨਾਮ ਸਿੰਘ ਸੰਧੂ। ਬੇਰੁਜ਼ਗਾਰੀ ਦੇ ਮੁੱਦੇ ਉੱਤੇ ਗੱਲ ਕੀਤੀ ਹੈ। ਮੁੱਕਦੀ ਗੱਲ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਦੇ ਹਾਲਾਤ ਭਾਰਤ ਵਿੱਚ ਪੈਦਾ ਹੋਏ ਨੇ, ਸ੍ਰੀਲੰਕਾ ਦੇ ਦੇਖ ਲਓ ਤੁਸੀਂ, ਲੋਕ ਕਿਤੇ ਨਾ ਕਿਤੇ ਐਗਜ਼ਾਮਪਲ ਦੇ ਦਿੰਦੇ ਨੇ ਕਿ ਭਾਰਤ ਵਾਲੇ ਸੁਚੇਤ ਰਹਿਣ। ਨੌਜਵਾਨ ਵੀ ਅੱਗੇ ਬੈਠੇ ਨੇ ਕਿ ਰੁਜ਼ਗਾਰ ਨਹੀਂ ਮਿਲਦਾ। ਇਹ ਨਹੀਂ ਕਿ ਉਹ ਡਾਲਰਾਂ ਦੇ ਪਿੱਛੇ ਬਾਹਰ ਜਾਂਦੇ ਨੇ, ਉਹਨਾਂ ਨੂੰ ਇੱਥੇ ਸੁਰੱਖਿਆ ਮਹਿਸੂਸ ਨਹੀਂ ਹੁੰਦੀ, ਉਹਨਾਂ ਨੂੰ ਇੱਥੇ ਰੁਜ਼ਗਾਰ ਦੀ ਗਰੰਟੀ ਨਹੀਂ ਮਿਲਦੀ। ਇਸੇ ਕਰਕੇ ਆਪਣੀ ਧਰਤੀ ਨੂੰ, ਆਪਣੇ ਘਰ ਨੂੰ, ਆਪਣੇ ਪਰਿਵਾਰ ਨੂੰ ਛੱਡ ਕੇ ਉਹਨਾਂ ਨੂੰ ਵਿਦੇਸ਼ਾਂ ਵਿੱਚ ਜਾਣਾ ਪੈਂਦਾ। ਸਰਕਾਰਾਂ ਨੂੰ ਸੋਚਣ ਦੀ ਲੋੜ ਹੈ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖ਼ਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।